ਸ਼੍ਰੋਮਣੀ ਅਕਾਲੀ ਦਲ ਨਾ ਐਨਡੀਏ ਦਾ ਹਿੱਸਾ ਰਹਿ ਸਕਦਾ ਤੇ ਸਰਕਾਰ ਤੋਂ ਤਾਂ ਅਸਤੀਫਾ ਦਿੱਤਾ। ਅੱਜ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਕਿ ਹੁਣ ਅਸੀਂ ਐਨਡੀਏ ਦਾ ਹਿੱਸਾ ਨਹੀਂ ਰਹਿਣਾ। ਅਸੀਂ ਐਨਡੀਏ ਦੇ ਵਿੱਚ ਨਹੀਂ ਰਵਾਂਗੇ। ਬੀਜੇਪੀ ਦੇ ਆਪਾਂ ਅਮਨ ਸ਼ਾਂਤੀ ਚਾਹੁੰਦੇ ਹਾਂ, ਭਾਈਚਾਰਕ ਸਾਂਝ ਚਾਹੁੰਦੇ ਹਾਂ, ਤਾਂ ਹੀ ਉਹ ਪੰਜਾਬ ਤਰੱਕੀ ਹੋਊ। ਤਕਰੀਬਨ ਸਿੱਧਾ ਅਸਰ 20 ਲੱਖ ਕਿਸਾਨਾਂ ਤੇ ਔਰ ਅਸੀਂ ਇਹਦੇ ਖਿਲਾਫ ਪਹਿਲਾਂ ਵੋਟ ਵੀ ਖਿਲਾਫ ਪਾਈ ਹੈ। ਅਸਰ ਪਰ ਸਾਨੂੰ ਨਹੀਂ ਪੁੱਛਿਆ ਗਿਆ। ਇਹ ਤੋਂ ਐਨਡੀਏ ਨੇ ਅਕਾਲੀ ਦਲ ਨੂੰ ਇਗਨੋਰ ਕੀਤਾ ਹੋਇਆ ਸੀ। ਉਸੇ ਟੈਕਸ ਤੇ ਅਸੀਂ ਉਹ ਸਰਕਾਰ ਤੋਂ ਬਾਹਰ ਆਏ। ਕਹਿੰਦਾ ਖੁਦਾ ਪੰਜਾਬੀ ਜਿਹੜੀ ਜੰਮੂ ਕਸ਼ਮੀਰ ਦਾ ਹਿੱਸਾ ਰਹੀ, ਉਹ ਵੀ ਉਹਨਾਂ ਨੇ ਜਿਹੜਾ ਕਾਨੂੰਨ ਪਾਸ ਕੀਤਾ ਉਹਦੇ 'ਚ ਵੀ ਸਾਨੂੰ ਪੁੱਛਿਆ ਨਹੀਂ। ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ, ਅਸੀਂ ਉਸ ਪਾਰਟੀ ਦੇ ਉਸ ਐਨਡੀਏ ਦਾ ਹਿੱਸਾ ਨਹੀਂ ਹੋ ਸਕਦੇ। ਸਾਰਿਆਂ ਦੀ ਲੜਾਈ ਲੜੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 5 ਵਾਰ ਮੁੱਖ ਮੰਤਰੀ ਬਣੇ ਕਿਉਂਕਿ ਉਹਨਾਂ ਦਾ ਕਲੀਅਰ ਮੈਸੇਜ ਸੀ ਤੇ ਇੱਕ ਅਸੂਲ ਤੇ ਲੜੇ। ਇੱਕ ਪੰਜਾਬ ਵਿੱਚ ਅਮਨ ਸ਼ਾਂਤੀ, ਇੱਕ ਭਾਈਚਾਰਕ ਸਾਂਝ। ਜਦੋਂ ਵੀ ਪੰਜਾਬ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਈ, ਸਾਡਾ ਮੇਨ ਏਜੰਡਾ ਹੁੰਦਾ ਸੀ ਭਾਈਚਾਰਕ ਸਾਂਝ, ਅਮਨ ਸ਼ਾਂਤੀ। ਸਾਰੇ ਵਰਗਾਂ ਨੂੰ ਇਕੱਠੇ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰਾਂ ਚਲਾਈਆਂ। ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਜਦੋਂ ਕਿਸੇ ਵੀ ਧਰਮ ਦੀ ਕੋਈ ਵੀ ਸ਼ੁਭ ਦਿਹਾੜਾ ਹੁੰਦਾ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਪ ਉੱਥੇ ਜਾਂਦੇ, ਕਿਉਂਕਿ ਪੰਜਾਬੀ ਬਾ ਨੇਚਰ ਆਪਾਂ ਅਮਨ ਸ਼ਾਂਤੀ ਚਾਹੁੰਦੇ ਹਾਂ, ਭਾਈਚਾਰਕ ਸਾਂਝ ਚਾਹੁੰਦੇ ਹਾਂ, ਤਾਂ ਹੀ ਉਹ ਪੰਜਾਬ ਤਰੱਕੀ ਹੋ ਸਕਦੀ ਹੈ। ਕਿਸਾਨੀ ਪੰਜਾਬ ਦੀ ਜਾਨ ਹੈ। ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ, ਜੇ ਤਾਮਿਲਨਾਡੂ ਦਾ ਐਮਪੀ ਬੈਠੇ ਹੈ, ਨਾਗਾਲੈਂਡ ਤੋਂ ਐਮਪੀ ਬੈਠੇ ਹੈ, ਕੇਰਲਾ ਤੋਂ ਐਮਪੀ ਬੈਠੇ ਹੈ, ਮਹਾਰਾਸ਼ਟਰ ਤੋਂ ਐਮਪੀ ਬੈਠੇ ਹੈ, ਜਿਹੜੀ ਆਪਣੇ ਘਰੇ ਜਾ ਕੇ ਰੋਟੀ ਖਾਂਦੇ ਆ, ਚੌਲ ਖਾਂਦੇ ਆ, ਉਹ ਸਾਰੇ ਪੰਜਾਬ ਦੇ ਗਰੀਬ ਕਿਸਾਨ ਆਪਣੀ ਮਿਹਨਤ ਕਰਕੇ ਪੈਦਾ ਕਰਕੇ ਉਹਨਾਂ ਨੂੰ ਉਗਾਉਂਦੇ ਆ। ਪਿਛਲੇ ਦਿਨਾਂ ਸੈਂਟਰ ਦੀ ਸਰਕਾਰ ਨੇ 3 ਖੇਤੀ ਆਰਡੀਨੈਂਸ ਲਿਆਂਦੇ, ਜਿਨ੍ਹਾਂ ਦਾ ਸਿੱਧਾ ਅਸਰ ਤਕਰੀਬਨ 20, ਮੈਂ ਪੰਜਾਬ ਦੀ ਗੱਲ ਕਰਦਾ, ਦੇਸ਼ ਦੇ ਸਾਰੇ ਵੱਡੇ ਸਾਰਿਆਂ ਦੇ ਹੋਣਾ, ਮੈਂ ਪੰਜਾਬ ਦਾ ਮੈਂ ਦੱਸਣਾ ਚਾਹਣਾ, ਤਕਰੀਬਨ ਸਿੱਧਾ ਅਸਰ 20 ਲੱਖ ਕਿਸਾਨਾਂ ਤੇ ਹੈ। ਘੱਟ ਤੋਂ ਘੱਟ 30 ਤੋਂ 50 ਹਜ਼ਾਰ ਆੜਤੀ ਭਾਈਚਾਰੇ ਤੇ ਹੈ। ਸਿੱਧਾ ਅਸਰ ਤਕਰੀਬਨ 15-20 ਲੱਖ ਖੇਤ ਮਜ਼ਦੂਰਾਂ ਤੇ ਹੈ, ਤੇ ਜਿਹੜੇ ਮੰਡੀ ਦੇ ਜਿਹੜੇ ਗਰੀਬ ਕੰਮ ਕਰਦੇ ਆ, ਲੇਬਰ ਕਰਦੇ, ਉਹਨਾਂ ਤੇ ਹੈ। ਕੱਲਿਆਂ ਨਹੀਂ, ਜਿਹੜੀਆਂ ਆਮ ਵਪਾਰੀ ਹੈ ਸ਼ਹਿਰ 'ਚ, ਜੇ ਕਿਸਾਨ ਮਿਹਨਤ ਕਰਦਾ, ਜੇ ਕਿਸਾਨ ਦੀ ਚੰਗੀ ਫਸਲ ਆਉਂਦੀ ਹੈ, ਸ਼ਹਿਰਾਂ 'ਚ ਖੁਸ਼ਹਾਲੀ ਆਉਂਦੀ ਹੈ, ਕਿਉਂਕਿ ਸ਼ਹਿਰਾਂ ਵਿੱਚ ਉਵੇਂ ਵਪਾਰ ਵੱਧਦਾ। ਆਪਣੀ ਜਿਹੜੀ ਖੇਤੀ, ਆਪਣੀ ਇਕਨੋਮਿਕਸ ਹੈ ਪੰਜਾਬ ਦੀ, ਖੇਤੀ ਤੇ ਨਿਰਭਰ, ਆਪਣੀ ਬੇਸ ਜਾਨ ਖੇਤੀ ਹੈ। ਪਰ ਜਿਹੜੇ ਆਰਡੀਨੈਂਸ ਲਿਆਂਦੇ ਗਏ ਹੈ, ਉਸ ਖੇਤੀ ਤੇ ਹਮਲਾ ਕਰ ਰਹੇ। ਸ਼੍ਰੋਮਣੀ ਅਕਾਲੀ ਦਲ ਨੇ, ਮੈਂ ਜਿਵੇਂ ਜ਼ਿਕਰ ਕੀਤਾ, ਸਾਡੇ ਮਿਨਿਸਟਰ ਨੇ ਕੈਬਨਿਟ ਜਦੋਂ ਸੈਂਟਰੀ ਸਰਕਾਰ ਲੈ ਕੇ ਆਈ ਸੀ, ਉੱਥੇ ਟਾਈਮ ਵੀ ਵਿਰੋਧ ਕੀਤਾ, ਤੇ ਮੈਂ ਪਾਰਲੀਮੈਂਟ 'ਚ ਵੀ ਸਪਸ਼ਟ ਕੀਤਾ ਕਿ ਜਿਹੜੀ ਸਰਕਾਰ, ਸੈਂਟਰ ਦੀ ਸਰਕਾਰ ਜਦੋਂ ਐਕਟ ਲਿਆਉਣ ਤੋਂ ਪਹਿਲੇ ਮੈਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਸਰਕਾਰ ਦਾ ਹਿੱਸਾ, ਪਰ ਸਾਨੂੰ ਨਹੀਂ ਪੁੱਛਿਆ ਗਿਆ। ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਪੰਜਾਬ ਪੂਰੇ ਦੇਸ਼ ਦੀ ਖੇਤੀ ਦਾ ਸੈਂਟਰ ਹੈ, ਦਿਲ ਹੈ, ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛਣਾ ਚਾਹੀਦਾ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਰਕਰ, ਇੱਕ ਲੀਡਰ ਖੇਤੀ ਬਾਰੇ ਸਾਰਾ ਕੁਝ ਜਾਣਦੇ ਆ, ਕੀ ਕਮੀਆਂ, ਕੀ ਖੁਸ਼ੀਆਂ, ਕੀ ਹੋ ਸਕਦਾ। ਐਜੀ ਪਾਰਟੀ ਜਿਹਨੇ ਸਾਰਾ ਜੀਵਨ ਹੀ ਕਿਸਾਨਾਂ ਵਿੱਚ ਲਾਇਆ, ਉਸ ਪਾਰਟੀ ਵੀ ਨੂੰ ਪੁੱਛਿਆ ਗਿਆ। ਪਿਛਲੇ 2 ਮਹੀਨੇ ਤੋਂ ਸਾਡੀ ਕੋਸ਼ਿਸ਼ ਸੀ ਕਿ ਸੈਂਟਰ ਦੀ ਸਰਕਾਰ, ਜੋ ਭਾਵਨਾ ਪੰਜਾਬ ਦੇ ਕਿਸਾਨ ਦੀਆਂ, ਉਹ ਪੰਜਾਬ ਦੇ ਕਿਸਾਨ ਦੀਆਂ ਭਾਵਨਾ, ਉਹ ਭਾਵਨਾ ਵਿੱਚ ਬਿੱਲ ਦੇ ਵਿੱਚ ਲਿਆਉਣ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਨਾਂ ਨੇ ਧੱਕੇ ਨਾਲ ਪਾਰਲੀਮੈਂਟ ਲਿਆਂਦਾ, ਧੱਕੇ ਨਾਲ ਪਾਸ ਕਰਾ ਦਿੱਤਾ। ਰਾਜ ਸਭਾ 'ਚ ਜੋ ਹੋਇਆ ਤੁਸੀਂ ਤੁਹਾਨੂੰ ਜਾਣਦੇ ਹੋ। ਅਸੀਂ ਉਸੇ ਟਾਈਮ
ਸ਼੍ਰੋਮਣੀ ਅਕਾਲੀ ਦਲ ਭਾਵੇਂ ਸਰਕਾਰ ਦਾ ਹਿੱਸਾ ਸੀ, ਸਾਡੀ ਮੈਂਬਰ ਪਾਰਲੀਮੈਂਟ ਮਿਨਿਸਟਰ ਹਰਸਿਮਰਤ ਕੌਰ ਬਾਦਲ ਨੇ ਉਸੇ ਟਾਈਮ ਅਸਤੀਫਾ ਦਿੱਤਾ ਤੇ ਅਸੀਂ ਉਹ ਸਰਕਾਰ ਤੋਂ ਬਾਹਰ ਆਏ। ਉਸੇ ਟਾਈਮ ਮੈਂ ਕਿਹਾ ਸੀ ਕਿ ਨੈਕਸਟ ਫੈਸਲਾ ਅਸੀਂ ਆਪਣੇ ਵਰਕਰਾਂ ਕੋਲੇ ਜਾ ਕੇ, ਵਰਕਰਾਂ ਨੂੰ ਪੁੱਛ ਕੇ, ਕਿਸਾਨ ਆਪਣੇ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫਿਰ ਅਸੀਂ ਅਗਲਾ ਫੈਸਲਾ ਸਾਡੀ ਕੋਰ ਕਮੇਟੀ ਕਰੂਗੀ। ਤੇ ਪਿਛਲੇ ਕਈ ਦਿਨਾਂ 'ਚੋਂ ਮੈਂ ਲਗਾਤਾਰ ਪੰਜਾਬ ਦੇ ਵਿੱਚ ਆਪਣੇ ਵਰਕਰ ਸਾਹਿਬਾਨ ਨਾਲ ਮੀਟਿੰਗ ਕੀਤੀ, ਸਾਡੀ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠ ਕੇ ਫੈਸਲਾ ਕੀਤਾ ਕਿ ਜਿਹੜੀ ਸਰਕਾਰ, ਸੈਂਟਰ ਦੀ ਸਰਕਾਰ, ਜਿਹੜੀ ਐਨਡੀਏ ਦੀ ਸਰਕਾਰ, ਜਿਸ ਨੇ ਆ ਜਿਹੜੇ ਤਿੰਨੇ ਆਰਡੀਨੈਂਸ ਲਿਆਂਦੇ ਹੈ, ਜਿਹੜੇ ਆਪਣੇ ਪੰਜਾਬ ਵਿਰੋਧੀ ਹੈ, ਸਹੀ ਮਣੇ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ, ਅਸੀਂ ਉਸ ਪਾਰਟੀ ਦੇ, ਉਸ ਐਨਡੀਏ ਦਾ ਹਿੱਸਾ ਨਹੀਂ ਹੋ ਸਕਦੇ। ਦੂਜੀ ਗੱਲ, ਜਿਹੜੀ ਵੱਡੀ ਗੱਲ ਅਸੀਂ ਪਾਰਲੀਮੈਂਟ 'ਚ ਵੀ ਮੈਂ ਕਹੀ ਤੇ ਬੇਨਤੀ ਕੀਤੀ ਕਿ ਜੰਮੂ ਕਸ਼ਮੀਰ ਨਾਲ ਦਾ ਸੂਬਾ ਹੈ, ਜਿੱਥੇ ਜੰਮੂ ਕਸ਼ਮੀਰ ਪੰਜਾਬੀ ਲੋਕ ਬੋਲਦੇ ਹੈ ਤੇ ਮੇਰੀ ਤਾਇਦ ਪਾਰਲੀਮੈਂਟ ਵਿੱਚ ਫਰੂਕ ਅਬਦੁੱਲਾ ਜੀ ਜੋ ਉੱਥੋਂ ਦੇ ਚੀਫ ਮਿਨਿਸਟਰ ਹੈ, ਉਹਨਾਂ ਨੇ ਬੜੀ ਕਲੀਅਰਲੀ ਕਿਹਾ ਸੀ ਕਿ ਮੈਂ ਵੀ ਪੰਜਾਬੀ ਬੋਲਦਾ ਤੇ ਪੰਜਾਬੀ ਨੂੰ ਮਾਨਤਾ ਹੋਣੀ ਚਾਹੀਦੀ ਹੈ। ਦੇਖੋ ਸੈਂਟਰ ਦੀ ਸਰਕਾਰ ਨੇ ਅੰਗਰੇਜ਼ੀ ਨੂੰ ਮਾਨਤਾ ਦੇਤੀ, ਜਿਹੜੀ ਆਪਣੀ ਦੇਸ਼ ਦੀ ਭਾਸ਼ਾ ਨਹੀਂ, ਪਰ ਪੰਜਾਬੀ ਜੋ ਬੋਲਦੇ ਸੀ ਲੋਕ, ਜੋ ਭਾਵਨਾ ਸੀ ਜੰਮੂ ਕਸ਼ਮੀਰ ਦੇ ਲੋਕਾਂ ਦੀ ਪੰਜਾਬੀ ਸਾਡੀ ਸਟੇਟ ਸਬਜੈਕਟ ਹੋਏ, ਜਿਹੜੀ ਜਦੋਂ ਸਟੇਟ ਦੋਨੋਂ ਜੰਮੂ ਕਸ਼ਮੀਰ ਇੱਕ ਸਟੇਟ ਸੀ, ਸੂਬਾ ਸੀ, ਉਦੋਂ ਪੰਜਾਬੀ ਆਫੀਸ਼ੀਅਲ ਲੈਂਗੁਏਜ ਸੀ, ਪਰ ਸੈਂਟਰ ਦੀ ਸਰਕਾਰ ਨੇ ਉਹ ਵੀ ਗੱਲ ਨਾ ਮੰਨੀ। तो इस करके साड़ी सारा कुछ देखते हुए जो फैसले लिते गए हैं, श्रोमणी अकाली दल की सारी पार्टी की लीडरशिप ने यूनैनिमसली फैसला किया है कि श्रोमणी अकाली दल ना एनडीए का हिस्सा रह सकता है तो सरकार तो इस्तीफा देता। सारा का बहुत बहुत धन्यवाद। ठीक है। ਦੇਖੋ ਅੱਜ ਕੋਰ ਕਮੇਟੀ ਨੇ ਫੈਸਲਾ ਲਿਆ ਕਿ ਅਸੀਂ ਹੁਣ ਜਿਹੜਾ ਐਨਡੀਏ ਅੱਜ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਕਿ ਹੁਣ ਅਸੀਂ ਐਨਡੀਏ ਦਾ ਹਿੱਸਾ ਨਹੀਂ ਰਹਿਣਾ। ਉਹਦੇ ਕਾਰਨ ਨੇ ਕਿ ਪਿਛਲੇ ਕਾਫੀ ਸਮੇਂ ਤੋਂ ਐਨਡੀਏ ਨੇ ਅਕਾਲੀ ਦਲ ਨੂੰ ਇਗਨੋਰ ਕੀਤਾ ਹੋਇਆ ਸੀ। ਕਿਸੇ ਵੀ ਮਹੱਤਵਪੂਰਨ ਫੈਸਲੇ ਦੇ ਵਿੱਚ ਅਕਾਲੀ ਦਲ ਦੀ ਰਾਏ ਨਹੀਂ ਸੀ ਲਈ ਜਾ ਰਹੀ। ਜਿਵੇਂ ਆਰਡੀਨੈਂਸਾਂ ਦੇ ਉੱਤੇ ਜਿਹੜਾ ਬਹੁਤ ਵੱਡਾ ਮਸਲਾ ਸੀ, ਕਿਉਂਕਿ ਖੇਤੀ ਪ੍ਰਧਾਨ ਸੂਬਾ ਪੰਜਾਬ, ਕਿਸਾਨੀ ਨਾਲ ਜੁੜਿਆ ਹੋਇਆ ਸੂਬਾ ਪੰਜਾਬ, ਉਹਦੇ 'ਚ ਵੀ ਸਾਡੀ ਰਾਏ ਨਹੀਂ ਲਈ ਗਈ ਕਿ ਕਾਨੂੰਨ ਕਿਵੇਂ ਬਣਾਉਣਾ ਹੈ, ਆਰਡੀਨੈਂਸ ਕਿਵੇਂ ਬਣਾਉਣੇ ਹੈ, ਜਿਹੜੀ ਕੋਈ ਹੋਰ ਗੱਲ ਖੇਤੀ ਦੀ ਕਿਵੇਂ ਕਰਨੀ ਹੈ, ਕਿਸਾਨਾਂ ਦੇ ਭਲੇ ਦੀ ਗੱਲ ਕਿਵੇਂ ਕਰਨੀ ਹੈ, ਉਹਦੇ 'ਚ ਵੀ ਨਹੀਂ ਕਿਹਾ। ਜਿਹਦੇ ਪਿੱਛੇ ਸਾਨੂੰ ਪਾਰਲੀਮੈਂਟ ਦੇ ਵਿੱਚ ਇੰਨੀ ਹੀ ਅਸੀਂ ਬੇਨਤੀ ਕੀਤੀ ਸੀ ਕਿ ਜਾਂ ਤਾਂ ਆਰਡੀਨੈਂਸਾਂ ਨੂੰ ਡਿਲੀਟ ਕਰ ਲਓ ਤੇ ਜਾਂ ਤੁਸੀਂ ਇਹਦੇ ਵਿੱਚ ਜੋ ਕਿਸਾਨ ਕਹਿੰਦੇ ਆ 2 ਅੱਖਰ ਲਿਖ ਦਿਓ ਕਿ ਖਰੀਦ ਬੰਦ ਨਹੀਂ ਹੋਏਗੀ ਝੋਨੇ ਤੇ ਕਣਕ ਦੀ ਪੰਜਾਬ ਤੇ ਹਰਿਆਣਾ ਦੇ ਵਿੱਚੋਂ। ਉਹ ਗੱਲ ਉਹਨਾਂ ਨੇ ਸਾਡੀ ਮੰਨੀ ਨਹੀਂ। ਫਿਰ ਇਹਦਾ ਹੁੰਦਾ ਪੰਜਾਬੀ ਜਿਹੜੀ ਜੰਮੂ ਕਸ਼ਮੀਰ ਦਾ ਹਿੱਸਾ ਰਹੀ, ਉਹ ਵੀ ਉਹਨਾਂ ਨੇ ਜਿਹੜਾ ਕਾਨੂੰਨ ਪਾਸ ਕੀਤਾ ਉਹਦੇ 'ਚ ਵੀ ਸਾਨੂੰ ਪੁੱਛਿਆ ਨਹੀਂ, ਉਹ ਵੀ ਬੰਦ ਕਰਤਾ। ਘੱਟ ਗਿਣਤੀ ਕਮਿਸ਼ਨ 'ਚ ਹਮੇਸ਼ਾ ਹੀ ਅਕਾਲੀ ਦਲ ਦਾ ਨੁਮਾਇੰਦਾ ਰਿਹਾ, ਉੱਥੇ ਜਾਂ ਮੀਤ ਪ੍ਰਧਾਨ ਰਿਹਾ, ਉਹਦੇ 'ਚ ਵੀ ਸਾਨੂੰ ਪੁੱਛਿਆ ਨਹੀਂ। ਸੋ ਕਾਫੀ ਚਿਰ ਤੋਂ ਐਨਡੀਏ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਅਸੀਂ ਬੜੇ ਪੁਰਾਣੇ ਉਹਨਾਂ ਦੇ ਭਾਈਵਾਲ ਹੈ। ਜਦੋਂ ਬੀਜੇਪੀ ਨਾਲ ਕੋਈ ਵੀ ਨਹੀਂ ਸੀ ਖੜਦਾ ਉਦੋਂ ਅਸੀਂ ਖੜੇ ਸੀ ਇੱਕ ਥਾਪੜ ਕੇ, ਪਰ ਹੁਣ ਕਿਉਂਕਿ ਉਹ ਫਰਕ ਪੈ ਗਿਆ, ਵਾਜਪਾਈ ਸਾਹਿਬ ਵਾਲੀ ਜਿਹੜੀ ਹੈਗੀ ਹੈ ਐਨਡੀਏ ਉਹ ਹੁਣ ਨਹੀਂ ਰਹੀ। ਹੁਣ ਦੀ ਜਿਹੜੀ ਐਨਡੀਏ ਉਹ ਮਨਮਰਜ਼ੀ ਨਾਲ ਚੱਲ ਰਹੀ ਹੈ, ਇਸ ਕਰਕੇ ਅਕਾਲੀ ਦਲ ਨੂੰ ਇਹ ਜਿਹੜਾ ਫੈਸਲਾ ਲੈਣਾ ਪਿਆ। देखो अज बड़ी लंबी विचार चर्चा तो बाद कोर कमेटी ने यूनैनिमसली फैसला किया कि जिहड़े 3 एक्ट पार्लीमेंट दे विच पास होए एक किसान विरोधी है और इहदे नाल किसानी जिहड़ी है बड़ी वड्डी परेशानी दे विच पै चुकी। बड़ा वड्डा संघर्ष किसानी दा पंजाब दे विच, हरियाणे दे विच, होर सूबिਆਂ दे विच चल रहा, बहुत भारी विरोध हो रहा। केंद्र सरकार ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਰੋਕਦੀ। ਅਸੀਂ ਰਾਸ਼ਟਰਪਤੀ ਜੀ ਨੂੰ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਪ੍ਰਵਾਨਗੀ ਦੇਣ ਤੋਂ ਰੋਕਿਆ ਜਾਵੇ, ਪਰ ਜਿਸ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਹ ਪਾਸ ਹੋਏ ਉਹ ਮੈਂ ਸਮਝਦਾ ਕਿ ਸਾਰੀ ਕਿਸਾਨੀ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੈ, ਬਹੁਤ ਵੱਡਾ ਧੱਕਾ। ਔਰ ਅਸੀਂ ਇਹਦੇ ਖਿਲਾਫ ਪਹਿਲਾਂ ਵੋਟ ਵੀ ਖਿਲਾਫ ਪਾਈ ਹੈ, ਪਾਰਲੀਮੈਂਟ ਵਿੱਚ ਵੀ, ਰਾਜ ਸਭਾ ਵਿੱਚ ਵੀ, ਔਰ ਕੇਂਦਰ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦਿੱਤਾ। ਪਰ ਉਸ ਤੋਂ ਬਾਅਦ ਜਿਹੜਾ JNK ਦੇ ਵਿੱਚ ਪੰਜਾਬੀ ਦਾ ਜਿਹੜਾ ਬਿੱਲ ਪਾਸ ਕੀਤਾ ਗਿਆ, ਜਿਸ 'ਚ ਪੰਜਾਬੀ ਦੀ ਅਣਦੇਖੀ ਕੀਤੀ ਗਈ, ਇਹ ਉਸ ਤੋਂ ਵੀ ਵੱਡਾ ਦੁਖਦਾਈ ਮੰਦਭਾਗੀ ਗੱਲ। ਇਸ ਕਰਕੇ ਅਸੀਂ ਜੋ ਰਵੱਈਆ ਉਹਨਾਂ ਦਾ ਲੱਗਿਆ
ਉਹਦੇ ਮੁਤਾਬਕ ਅੱਜ ਸਾਰਿਆਂ ਨੇ ਕੋਰ ਕਮੇਟੀ ਨੇ ਫੈਸਲਾ ਕੀਤਾ ਯੂਨਾਨੀਮਸਲੀ ਕਿ ਅਸੀਂ ਐਨਡੀਏ ਦੇ ਵਿੱਚ ਨਹੀਂ ਰਵਾਂਗੇ, ਬੀਜੇਪੀ ਤੇ ਅਕਾਲੀ ਦਲ ਦਾ ਅਲਾਇੰਸ ਜਿਹੜਾ ਉਹ ਖਤਮ ਹੈ। ਥੈਂਕ ਯੂ।